एक ओंकार सतनाम करता पुरख निरभਉ निरवैर अकाल मूरत अजूनी सहभंग गुर प्रसाद। जप आद सच जुगाद सच है भी सच नानक होसी भी सच। डंडौत बंदन अनक बार सर्ब कला समरथ। डोलन ते राखो प्रभु नानक दे कर हथ। सतनाम वाहिगुरु सतनाम वाहिगुरु। साध संगत, वाहिगुरु परमात्मा जी ने मनुखा देही दिती भाई परमात्मा की प्राप्ति करनी और संसार की निवृत्ति करनी। तो संसार दे विच आके माया दे भ्रम दे विच भाई भुल गया। तो वाहिगुरु परमेश्वर परमात्मा जी गुरु स्वरूप द्वारा फिर जीव नूं चेते कराउंदे ने उपदेश दे के। एक ओंकार सतगुरु प्रसाद। एक ओ जिहड़ा परमात्मा पकड़ तो परे आ, एक आ जीव आत्मा जिहड़ी पकड़ दे विच आ, जिन्हों अभ्यास द्वारा भाई जिस तरह का चाहो उस तरह का बना लो, चाहे कमजोर कर लो चाहे बलवान कर लो। कार कार का मतलब शरीर। तो महाराज कहते ने ये तिन्ने पुष्ट जो हो जाते हैं उदों वाहिगुरु परमात्मा का रूप हुंदा। और यह सतगुरु की कृपा के नाल ही ये अवस्था प्राप्त होती है कि जदों ब्रह्म की भी प्राप्ति होवे, जीव आत्मा भी बलवान होवे तो शरीर भी तंदुरुस्त हो। ये मन चंचला चतुराई किने ना पाया। तो साध संगत महाराज कहते हैं कि छल कपट करके जीव संसार नूं भरमा सकदा, प्रभावित कर सकदा, पर गुरु नूं प्रभावित नहीं कर सकदा। भाई जिहड़ा चेहरा हुंदा ये शीशा हुंदा, दर्पण हुंदा। ते महाराज कहते हैं कि भाई कि अकाल पुरख वाहिगुरु परमेश्वर परमात्मा जी नूं भाई सारे ही जगत दे विच स्वरूप समझ के चंगा व्यवहार कर। सब उसे दी ही जोत आ। चतुराई ना पाया किने तू सुन मन मेरिया। महाराज कहते कि पहलों भी इतिहास तो पता लगता कि छल कपट के नाल किसी ने सुख नहीं पाया। तो परमात्मा पाया, सुख पाया ते प्रेम दे नाल पाया। साच कहूँ सुन ले सबे जिन प्रेम कियो ते नहीं प्रभ पायो। गोविंद भाव भगत का भूखा। तो महाराज कहते हैं कि जिस तरह सेवक गुरु घर जाता और उस उत्थे संगत दे नाल भाई बहुत निमरता दे नाल आउंदा, सेवा करदा, निमरता दिखाउंदा, नीवी पा लैंदा। तो महाराज कहते इस तरह ही
ਬੂੰਦ ਜਿਹੜੀ ਹੈਗੀ ਉਹ ਸਮੁੰਦਰ ਤਾਂ ਹੀ ਬਣੇਗੀ ਜੇਕਰ ਬਾਹਰ ਵੀ ਇਹ ਸਾਰਾ ਬ੍ਰਹਿਮੰਡ ਜਿਹੜਾ ਇਹ ਉਸ ਵਾਹਿਗੁਰੂ ਪ੍ਰਮਾਤਮਾ ਦਾ ਦੀਵਾਨ ਆ। ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਤੋ ਮਹਾਰਾਜ ਕਹਿੰਦੇ ਨੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਭਾਉ ਜੀ ਮਹਾਰਾਜ ਕਹਿੰਦੇ ਗੁਰੂ ਦੀ ਸਿੱਖਿਆ ਦੇ ਚੱਲਦਿਆਂ ਮੇਰੇ ਹਿਰਦੇ ਵਿੱਚ ਜੋਤ ਪ੍ਰਗਟ ਹੋਈ ਤੇ ਉਹੋ ਹੀ ਜੋਤ ਮੈਂ ਸਾਰੇ ਬ੍ਰਹਿਮੰਡ 'ਚ ਦੇਖੀ। ਤੋ ਫਿਰ ਜਿਸ ਨੂੰ ਜੋਤ ਸਾਰੇ ਬ੍ਰਹਿਮੰਡ ਦੇ ਵਿੱਚ ਹੀ ਵਾਹਿਗੁਰੂ ਪ੍ਰਮਾਤਮਾ ਦੀ ਦਿਸੇਗੀ ਉਹ ਸਾਰਿਆਂ ਨਾਲ ਵਿਵਹਾਰ ਵੀ ਚੰਗਾ ਕਰੇਗਾ। ਇਸ ਕਰਕੇ ਜਿਸ ਤਰ੍ਹਾਂ ਦਾ ਸੰਗਤ ਦੇ ਗੁਰਦੁਆਰੇ ਸੰਗਤ ਦੇ ਨਾਲ ਇਹ ਜੀਵ ਵਿਵਹਾਰ ਕਰਦਾ, ਪ੍ਰੇਮ ਕਰਦਾ, ਸ਼ਰਧਾ ਕਰਦਾ, ਇਸੇ ਤਰ੍ਹਾਂ ਹੀ ਇਹ ਸਾਰਾ ਬ੍ਰਹਿਮੰਡ ਹੀ ਉਹਦੀ ਸੰਗਤ ਆ ਤੇ ਸਾਰੇ ਬ੍ਰਹਿਮੰਡ ਦੇ ਵਿੱਚ ਹੀ ਸਾਰੀ ਸੰਗਤ ਦੇ ਨਾਲ ਹੀ ਚੰਗਾ ਵਿਵਹਾਰ ਕਰਨਾ, ਸ਼ੁਭ ਕਾਮਨਾ ਕਰਨੀ ਸਾਰਿਆਂ ਪ੍ਰਤੀ, ਤਾਂ ਹੀ ਮਹਾਰਾਜ ਕਹਿੰਦੇ ਕਿ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ। ਏ ਮਾਇਆ ਮੋਣੀ ਜਿਨ ਏਤ ਪਰਮ ਭੁਲਾਇਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਬੇਦਾ ਮੈਂ ਨਾਮ ਉਤਮ ਸੁਣੇ ਫਿਰੇ ਜਿਉ ਬਿਤਾਲਿਆ। ਮਹਾਰਾਜ ਕਹਿੰਦੇ ਕਿ ਇਹ ਜੀਵ ਨੂੰ ਜਿਹੜਾ ਤ੍ਰਿਸ਼ਨਾ ਦਾ ਰੋਗ ਲੱਗਾ, ਤਮੋ ਗੁਣ ਤੇ ਰਜੋ ਗੁਣ। ਤਮੋ ਗੁਣ ਕਹਿੰਦਾ ਕਿ ਸਾਰਾ ਸੰਸਾਰ ਦੀ ਵਸਤੂ ਮੈਨੂੰ ਹੀ ਮਿਲ ਜੇ, ਰਜੋ ਗੁਣ ਕਹਿੰਦਾ ਕਿ ਕਿਸੇ ਨੂੰ ਰੋਟੀ ਤੱਕ ਨਾ ਮਿਲੇ, ਸਾਰੇ ਭੁੱਖੇ ਮਰ ਜਾਣ। ਤੋ ਮਹਾਰਾਜ ਕਹਿੰਦੇ ਕਿ ਭਾਈ ਇਹ ਵੀ ਰੋਗ ਵਾ, ਮਾਨਸਿਕ ਰੋਗ ਵਾ ਤੇ ਇਹੋ ਹੀ ਇਹਦੇ ਵਿੱਚ ਹੀ ਉਲਝਿਆ ਰਹਿੰਦਾ। ਇਹ ਕਦੀ ਸੋਚਿਆ ਹੀ ਨਹੀਂ ਇਹਨੇ ਕਿ ਮੈਂ ਸੰਸਾਰ ਤੋਂ ਚਲੇ ਜਾਣਾ, ਇਹ ਸੰਸਾਰ ਵਿੱਚ ਨਹੀਂ ਰਹਿਣਾ। ਜਿਸ ਘਰ ਦੇ ਵਿੱਚ ਤੇਰਾ ਪੜਦਾਦਾ ਰਿਹਾ ਉਸ ਘਰ ਦੇ ਵਿੱਚ ਤੇਰਾ ਦਾਦਾ ਨਹੀਂ ਰਿਹਾ, ਉਹਨੇ ਨਵਾਂ ਬਣਾਇਆ। ਤੇਰੇ ਦਾਦੇ ਦੇ ਘਰ ਵਿੱਚ ਤੇਰਾ ਪਿਤਾ ਨਹੀਂ ਰਿਹਾ, ਤੇਰੇ ਪਿਤਾ ਨੇ ਨਵਾਂ ਘਰ ਬਣਾਇਆ। ਤੇਰੇ ਪਿਤਾ ਦੇ ਘਰ ਦੇ ਵਿੱਚ ਤੂੰ ਨਹੀਂ ਰਿਹਾ, ਤੂੰ ਨਵਾਂ ਘਰ ਬਣਾਇਆ ਤੇ ਤੇਰਾ ਪੁੱਤਰ ਤੇਰੇ ਘਰ 'ਚ ਨਹੀਂ ਰਹੇਗਾ, ਉਹ ਵੀ ਨਵਾਂ ਘਰ ਬਣਾਏਗਾ। ਤਾਂ ਮਹਾਰਾਜ ਕਹਿੰਦੇ ਕਿ ਇਹ ਜੀਵ ਭੁੱਲ ਹੀ ਗਿਆ ਕਿ ਮੈਂ ਸੰਸਾਰ ਤੋਂ ਚਲੇ ਜਾਣਾ, ਮੈਂ ਕਰਨ ਕੀ ਆਇਆ ਸੀਗਾ। ਤੋ ਮਹਾਰਾਜ ਕਹਿੰਦੇ ਕਿ ਭਾਈ ਬੇਦਾ ਮੈਂ ਨਾਮ ਉੱਤਮ ਸੋ ਸੁਣੇ ਨਹੀਂ ਫਿਰੇ ਜਿਉ ਬਿਤਾਲਿਆ। ਜਿੱਦਾਂ ਬਿਤਾਲ ਫਿਰਦਾ ਨਾ, ਪ੍ਰੇਤ ਫਿਰਦਾ, ਜਿਹਦਾ ਕੋਈ ਲਕਸ਼ ਨਹੀਂ ਹੁੰਦਾ। ਤਾਲ ਦਾ ਮਤਲਬ ਕੋਈ ਲਕਸ਼ ਨਹੀਂ ਹੈਗਾ, ਉਹ ਬੇਤਾਲ ਹੁੰਦਾ। ਤੋ ਇਸ ਕਰਕੇ ਇਹ ਜੀਵ ਜਿਹਦਾ ਕੋਈ ਲਕਸ਼ ਨਹੀਂ, ਜਿਹਦਾ ਕੋਈ ਨਿਸ਼ਾਨਾ ਨਹੀਂ, ਤੇ ਉਹ ਜੀਵ ਜਿਹੜਾ ਹੁੰਦਾ ਉਹ ਵੀ ਬੇਤਾਲ ਹੁੰਦਾ। ਉਹਨੂੰ ਕਿਸੇ ਪਾਸੇ ਵੀ ਸੁੱਖ ਸ਼ਾਂਤੀ ਨਹੀਂ ਆਉਂਦੀ, ਕਿਉਂਕਿ ਸੁੱਖ ਸ਼ਾਂਤੀ ਆਉਂਦੀ ਆ ਜਦੋਂ ਕੋਈ ਨਿਸ਼ਾਨਾ ਰੱਖਦਾ, ਕੋਈ ਨਿਸ਼ਚਾ ਰੱਖਦਾ। ਤੋ ਮਹਾਰਾਜ ਕਹਿੰਦੇ ਕਿ ਭਾਈ ਉਹ ਬੇਤਾਲਾ ਵਾਂਗੂ ਜੀਵ ਹਮੇਸ਼ਾ ਭਟਕਦਾ ਰਹਿੰਦਾ। ਲਾਲਚ ਝੂਠ ਬਿਖੇ ਬਿਆਦ ਜਾਂ ਦੇਹੀ ਮੈਂ ਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੁਖ ਨਿਵਾਸ। ਜਿਹੜਾ ਜੀਵ ਮਹਾਰਾਜ ਕਹਿੰਦੇ ਲਾਲਚੀ ਹੁੰਦਾ, ਉਹਦੇ ਅੰਦਰ ਆਪਣੇ ਆਪ ਹੀ ਵਿਖ ਬਣਦੀ ਰਹਿੰਦੀ ਆ। ਉਹ ਝੂਠ ਹੁੰਦਾ ਔਰ ਉਹਦੇ ਸਰੀਰ ਦੇ ਵਿੱਚ, ਸਾਰੇ ਸਰੀਰ ਦੇ ਵਿੱਚ ਭਾਈ ਕਸ਼ਟ ਹੁੰਦਾ। ਤੋ ਮਹਾਰਾਜ ਕਹਿੰਦੇ ਕਿ ਉਹ ਦੁਖੀ ਹੋ ਜਾਂਦਾ। ਲਾਲਚੀ ਮਨੁੱਖ ਜਿਹੜਾ, ਉਹਦੇ ਆਪਣੇ ਆਪ ਹੀ ਅੰਦਰ ਤਨ ਮਨ ਦੇ ਵਿੱਚ ਵਿਖ ਭਰ ਜਾਂਦਾ, ਐਸਿਡ ਭਰ ਜਾਂਦਾ, ਤੇਜ਼ਾਬ ਭਰ ਜਾਂਦਾ, ਉਹਦੇ ਨਾਲ ਹੀ ਉਹ ਦੁਖੀ ਹੁੰਦਾ ਰਹਿੰਦਾ। ਤੋ ਗੁਰਮੁਖ ਜਿਹੜਾ ਹੁੰਦਾ ਉਹ ਹਰੀ ਦਾ ਨਾਮ ਜਪਦਾ, ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਦਾ ਨਾਮ ਜਪਦਾ, ਤੇ ਭਾਈ ਉਹ ਨਾਮ ਜਪਦਾ ਜਪਦਾ ਸੁਖ ਸਹਿਜ ਨਿਵਾਸ ਦੇ ਵਿੱਚ ਉਹਦਾ ਵਾਸਾ ਹੋ ਜਾਂਦਾ, ਸੁਖ ਦੇ ਵਿੱਚ ਉਹਦਾ ਵਾਸ ਹੋ ਜਾਂਦਾ।
ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਵਾਸ ਹੋ ਜਾਂਦਾ, ਪ੍ਰਸੰਨਤਾ ਆਉਂਦੀ, ਉਹਨੂੰ ਸੰਤੋਖ ਆਉਂਦਾ, ਸੰਤੁਸ਼ਟੀ ਆਉਂਦੀ, ਤ੍ਰਿਪਤੀ ਆਉਂਦੀ ਆ। ਤੋ ਇਹੋ ਹੀ ਵਾਹਿਗੁਰੂ ਪ੍ਰਮਾਤਮਾ ਦਾ ਵਾਸ ਹੁੰਦਾ, ਸੰਤੋਖ ਵਾਸ ਉਹਦਾ, ਧੀਰਜ ਵਾਸ ਉਹਦਾ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਗੁਰਮੁਖ ਦਾ ਵਾਸ ਜਿਹੜਾ ਹੈਗਾ ਉਹ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਹੋ ਜਾਂਦਾ। ਤੋ ਇਸੇ ਕਰਕੇ ਹੀ ਮਹਾਰਾਜ ਜੀ ਕਹਿੰਦੇ ਕਿ ਜਿਹੜਾ ਜੀਵ ਹੁੰਦਾ ਨਾ, ਇਹ ਆਤਮਾ ਦੇ ਵਸ ਸਾਰਿਆਂ ਦੇ ਨਾਲ ਬੁਰਾ ਵਿਵਹਾਰ ਕਰਦਾ, ਤੇ ਇਸੇ ਕਰਕੇ ਹੀ ਉਹ ਦੁਖੀ ਹੁੰਦਾ ਰਹਿੰਦਾ, ਭਰਮ ਦੇ ਵਿੱਚ ਭਟਕਦਾ ਰਹਿੰਦਾ। ਤੋ ਭਰਮ ਦੇ ਵਿੱਚ ਇਹ ਮਿਰਗ ਤ੍ਰਿਸ਼ਨਾ ਵਾਂਗੂ ਭਟਕਦਾ। ਮਹਾਰਾਜ ਕਹਿੰਦੇ ਕਿ ਜਿਹੜਾ ਰੇਗਿਸਤਾਨ ਦੇ ਵਿੱਚ ਹਿਰਨ ਹੁੰਦਾ, ਜਦੋਂ ਗਰਮੀਆਂ ਨੂੰ ਪਿਆਸ ਲੱਗਦੀ ਆ ਤੇ ਪਾਣੀ ਵਾਸਤੇ ਉਹ ਇੱਧਰ ਉੱਧਰ ਨੂੰ ਦੌੜਦਾ, ਤੇ ਦੂਰ ਉਹਨੂੰ ਪਾਣੀ ਦਾ ਤਲਾਬ ਨਜ਼ਰ ਆਉਂਦਾ, ਪਰ ਉਹ ਤੇ ਸੂਰਜ ਦੀ ਤਪਸ਼ ਦੇ ਨਾਲ ਰੇਤ ਚਮਕਦੀ ਆ ਗਰਮੀ ਦੇ ਨਾਲ, ਪਰ ਹਿਰਨ ਨੂੰ ਲੱਗਦਾ ਉਹ ਤੇ ਤਲਾਬ ਆ ਪਾਣੀ ਦਾ, ਤੇ ਹਿਰਨ ਬਹੁਤ ਜ਼ੋਰ ਦੇ ਨਾਲ ਉਧਰ ਨੂੰ ਭੱਜਦਾ। ਜਿੱਦਾਂ ਜਿੱਦਾਂ ਹਿਰਨ ਭੱਜਦਾ ਵਾ, ਤਿਵੇਂ ਤਿਵੇਂ ਉਹ ਜਿਹੜੇ ਚਮਕ ਆ ਪਾਣੀ ਵਾਲੀ ਉਹ ਦੂਰ ਹੁੰਦੀ ਜਾਂਦੀ ਹੈ। ਹਿਰਨ ਹੋਰ ਭੱਜਦਾ, ਹਿਰਨ ਹੋਰ ਭੱਜਦਾ, ਇਦਾਂ ਹੀ ਭੱਜਦਾ ਭੱਜਦਾ ਹੀ ਗਰਮੀ ਦੇ ਵਿੱਚ ਆਪਣੀ ਜਾਨ ਗਵਾ ਲੈਂਦਾ। ਤੋ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਜੀਵ ਦਾ ਹਾਲ ਆ। ਇਹ ਸੰਸਾਰ ਜਿਹੜਾ, ਇਹ ਸੰਸਾਰ ਵਿਕਾਰ ਸੰਸੇ ਮੇ ਤਰਿਓ ਬ੍ਰਹਮ ਗਿਆਨੀ ਸਰਕ ਇਤੀ ਸਾਰ। ਇਹ ਭਾਈ ਸੰਸਾਰ ਜਿਹੜਾ ਇਹ ਹਰ ਵੇਲੇ ਸਰਕਦਾ ਰਹਿੰਦਾ, ਹਰ ਵੇਲੇ ਹੱਥੋਂ ਗਵਾਚਦਾ ਰਹਿੰਦਾ। ਜਿਹੜੀ ਚੀਜ਼ ਪ੍ਰਾਪਤ ਹੋਈ ਆ ਉਹ ਚੀਜ਼ ਜਿਹੜੀ ਹੈਗੀ ਆ ਉਹ ਮਿਟਣ ਵਾਲੇ ਪਾਸੇ ਨੂੰ ਸਰਕਦੀ ਰਹਿੰਦੀ ਹੈ। ਤੋ ਹਰ ਇੱਕ ਚੀਜ਼ ਜਿਹੜੀ ਹੈਗੀ ਆ ਹੱਥ ਦੀ ਪਕੜ ਦੇ ਵਿੱਚੋਂ ਨਿਕਲਦੀ ਆ, ਨਿਕਲ ਰਹੀ ਆ, ਉਮਰ ਨਿਕਲ ਰਹੀ ਆ, ਸਾਰੀਆਂ ਵਸਤੂਆਂ ਸੰਸਾਰ ਨਿਕਲ ਰਿਹਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਇਹ ਜੀਵ ਜਿਹੜਾ ਹੈਗਾ ਇਹ ਵੀ ਇਸੇ ਤਰ੍ਹਾਂ ਹੀ ਮਿਰਗ ਤ੍ਰਿਸ਼ਨਾ ਵਾਂਗੂ ਤੜਫਦਾ ਔਰ ਆਤਮਕ ਮੌਤੇ ਮਰ ਜਾਂਦਾ। ਤੋ ਮਹਾਰਾਜ ਕਹਿੰਦੇ ਕਿ ਜਿਸ ਤਰ੍ਹਾਂ ਹਿਰਨ ਦੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਆ, ਤੇ ਹਿਰਨ ਨੂੰ ਅੰਦਰੋਂ ਮਹਿਕ ਆਉਂਦਾ ਕਸਤੂਰੀ ਦਾ, ਪਰ ਉਹਨੂੰ ਭਰਮ ਪੈ ਜਾਂਦਾ ਔਰ ਉਹ ਉਸ ਮਹਿਕ ਨੂੰ ਬਾਹਰ ਲੱਭਣਾ ਸ਼ੁਰੂ ਕਰ ਦਿੰਦਾ। ਜਿੱਦਾਂ ਉਹਨੂੰ ਮਹਿਕ ਆਉਂਦਾ ਉਦਾਂ ਹੀ ਉਹ ਜੰਗਲ ਦੇ ਵਿੱਚ ਭੱਜਦਾ ਕਿ ਮੈਂ ਕਿੱਥੋਂ ਆਉਂਦਾ, ਮੈਂ ਮਹਿਕ ਨੂੰ ਪ੍ਰਾਪਤ ਕਰਾਂ। ਤੋ ਮਹਾਰਾਜ ਕਹਿੰਦੇ ਕਿ ਹਿਰਨ ਬਹੁਤ ਭੱਜਦਾ ਵਾ ਉਸ ਮਹਿਕ ਨੂੰ ਮਹਿਸੂਸ ਕਰਨ ਵਾਸਤੇ, ਪਰ ਉਹਨੂੰ ਇਹ ਨਹੀਂ ਪਤਾ ਕਿ ਮਹਿਕ ਤੇ ਤੇਰੇ ਅੰਦਰੋਂ ਹੀ ਆਉਂਦਾ। ਤੋ ਮਹਾਰਾਜ ਕਹਿੰਦੇ ਕਿ ਸਭ ਕਿਛ ਘਰ ਮੇ ਬਾਹਰ ਨਾਈ, ਬਾਹਰ ਟੋਲੇ ਭਰਮ ਭਲਾਈ। ਸਭ ਕੁਛ ਜੀਵ ਦੇ ਅੰਦਰੇ ਹੀ ਆ, ਅਕਾਲ ਪੁਰਖ ਵਾਹਿਗੁਰੂ ਅੰਦਰੇ ਹੀ ਆ। ਬਾਹਰੋਂ ਇਹਨੂੰ ਗਿਆਨ ਮਿਲ ਸਕਦਾ, ਬਾਹਰੋਂ ਇਹਨੂੰ ਜੁਗਤੀ ਮਿਲ ਸਕਦੀ ਹੈ, ਸਾਧਨ ਮਿਲ ਸਕਦਾ ਬਾਹਰੋਂ। ਵਾਹਿਗੁਰੂ ਪਰਮਾਤਮਾ ਬਾਹਰੋਂ ਨਹੀਂ ਮਿਲੂਗਾ, ਉਹ ਅੰਦਰੋਂ ਹੀ ਮਿਲੂਗਾ। ਕਿਉਂਕਿ ਥਾਪਿਆ ਨ ਜਾਏ ਕੀਤਾ ਨ ਹੋਏ, ਆਪੇ ਆਪ ਨਿਰੰਜਨ ਸੋਏ। ਤੋਂ ਬਾਹਰ ਦਾ ਸਾਧਨ ਲੈਣਾ, ਗਿਆਨ ਲੈਣਾ, ਮਿਲਣਾ ਉਹਨੇ ਅੰਦਰੋਂ ਹੀ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮੈਂ। ਅੰਦਰ ਖੋਜ ਕਰਨੀ ਚਾਹੀਦੀ ਆ ਕਿ ਮੈਂ ਕੀ ਆ, ਮੈਂ ਅਮੀਰ ਆ, ਅਕਾਲ ਪੁਰਖ ਵਾਹਿਗੁਰੂ ਦਾ ਮੈਂ ਰੂਪ ਹਾਂ, ਮੈਂ ਅਡੋਲ ਆ। ਤੋ ਮਹਾਰਾਜ ਕਹਿੰਦੇ ਕਿ ਉਹ ਜਿਹੜਾ ਹਿਰਨ ਆ, ਮੈਂ ਉਹਨੂੰ ਅੰਦਰੋਂ ਆਉਂਦਾ ਲੱਭਦਾ, ਉਹ ਬਾਹਰ ਆ, ਇੱਧਰ ਉੱਧਰ ਭੱਜਦਾ। ਤੋ ਇਦਾਂ ਹੀ ਭੱਜਦਿਆਂ ਭੱਜਦਿਆਂ ਹਿਰਨ ਦੇ ਜਿਹੜੇ ਸਿੰਘ ਵਾ ਉਹ ਝਾੜੀਆਂ ਦੇ ਵਿੱਚ ਫਸ ਜਾਂਦੇ। ਜਦ ਨੂੰ ਪਿੱਛੋਂ ਸ਼ਿਕਾਰੀ ਆ ਜਾਂਦੇ ਆ, ਤੇ ਸ਼ਿਕਾਰੀ ਜਿਹੜੇ ਹੈਗੇ ਆ ਜਾਨਵਰ,
ਉਹ ਹਿਰਨ ਨੂੰ ਪਿੱਛੋਂ ਪਾੜ ਦਿੰਦੇ ਆ। ਤੋ ਮਹਾਰਾਜ ਕਹਿੰਦੇ ਕਿ ਹਿਰਨ ਜਿਹੜਾ ਸੀ ਨਾ, ਪੱਬਾ ਭਰਮ ਮਿਟਾਵੋ ਆਪਣਾ, ਇਹ ਸਗਲ ਸੰਸਾਰ ਹੈ ਸੁਪਨਾ। ਕਿ ਇਹ ਭਰਮ ਦੇ ਵਿੱਚ ਹਿਰਨ ਜਿਹੜਾ ਆਪਣੀ ਜਾਨ ਗਵਾ ਬੈਠਾ, ਕਿ ਹਿਰਨ ਦੇ ਅੰਦਰੋਂ ਹੀ ਮਹਿਕ ਆਉਂਦਾ ਸੀ ਪਰ ਹਿਰਨ ਬਾਹਰੋਂ ਲੱਭਦਾ ਸੀ। ਇਸੇ ਤਰ੍ਹਾਂ ਹੀ ਇਹ ਜਿਹੜਾ ਜੀਵ ਆ, ਇਹ ਵੀ ਭਰਮ ਦੇ ਵਿੱਚ ਆ, ਸਭ ਅੰਦਰ ਹੀ ਆ। ਮਤ ਵਿੱਚ ਰਤਨ ਜਵਾਹਰ ਮਾਣਿਕ ਸਭ ਅੰਦਰ ਹੀ ਆ। ਦਸਮ ਦਵਾਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ। ਭਾਈ ਦਸਮ ਦਵਾਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤਾ, ਇਹ ਵੀ ਅੰਦਰ ਹੀ ਆ। ਤੋ ਇਹੀ ਜੀਵ ਭਟਕਦਾ ਰਹਿੰਦਾ, ਭਟਕ ਭਟਕ ਕੇ ਭਾਈ ਇਹ ਆਪਣਾ ਜਨਮ ਖਰਾਬ ਕਰ ਲੈਂਦਾ। ਤੋ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਸੰਗਤ, ਗੁਰੂ ਸੰਗਤ ਕਰੇ, ਇਹਨੂੰ ਸਮਤੀ ਆਵੇ ਔਰ ਇਹ ਆਪਣੇ ਅੰਦਰੋਂ ਵਾਹਿਗੁਰੂ ਪਰਮਾਤਮਾ ਨੂੰ ਪ੍ਰਗਟ ਕਰੇ। ਮਾਇਆ ਤਾਂ ਮੋਹਣੀ ਤਿਨੇ ਕੀਤੀ, ਜਿਨ ਠਗੌਲੀ ਪਾਈਆਂ। ਮਹਾਰਾਜ ਕਹਿੰਦੇ ਕਿ ਇਹ ਕਲਯੁਗ ਕੀ ਆ? ਕਲਯੁਗ ਦਾ ਮਤਲਬ ਆ ਕਿ ਕਲਾ ਦਾ ਯੁੱਗ, ਸ਼ੈਤਾਨੀ ਦਾ ਯੁੱਗ। ਅੱਜ ਨਕਲੀ ਮਠਿਆਈਆਂ ਜਿੰਨੀਆਂ ਮਰਜ਼ੀ ਬਣਾ ਲਓ, ਨਕਲੀ ਫਰੂਟ, ਨਕਲੀ ਸਬਜ਼ੀਆਂ, ਨਕਲੀ ਦੁੱਧ, ਸਭ ਕੁਝ ਨਕਲੀ ਬਣਾਉਣ ਦੇ ਵਿੱਚ ਜੀਵ ਮਾਹਿਰ ਹੋ ਗਿਆ। ਕਿਉਂ? ਕਿਉਂਕਿ ਮੈਨੂੰ ਲਾਲਚ ਚਾਹੀਦਾ, ਮੈਨੂੰ ਪੈਸਾ ਚਾਹੀਦਾ, ਮੈਨੂੰ ਕਿਸੇ ਦੀ ਸਿਹਤ ਦੇ ਨਾਲ ਕੋਈ ਮਤਲਬ ਨਹੀਂ। ਇਹ ਇਸ ਕਰਕੇ ਮਹਾਰਾਜ ਨੇ ਜਿਹੜੀ ਮਾਇਆ ਬਣਾਈ ਆ, ਉਹ ਜੀਵ ਨੂੰ ਠੱਗਣ ਵਾਸਤੇ ਬਣਾਈ ਆ ਕਿ ਜੀਵ ਦੀ ਪ੍ਰੀਖਿਆ ਦੇ ਵਿੱਚੋਂ ਪਾਸ ਹੋਊਗਾ ਤਾਂ ਹੀ ਮੈਨੂੰ ਪ੍ਰਾਪਤ ਹੋਵੇਗਾ। ਤੋ ਪ੍ਰੀਖਿਆ ਵਾਸਤੇ ਮਹਾਰਾਜ ਨੇ ਮਾਇਆ ਜਿਹੜੀ ਹੈਗੀ ਆ ਉਹਨੂੰ ਸਥਾਪਿਤ ਕੀਤਾ। ਤੋ ਜ਼ਿਆਦਾ ਜੀਵ ਜਿਹੜੇ ਹੈਗੇ ਆ ਉਹ ਉਸੇ ਪ੍ਰੀਖਿਆ ਦੇ ਵਿੱਚੋਂ ਹਾਰ ਜਾਂਦੇ ਆ। ਜਿਹਨੂੰ ਪੁੱਛੋ ਕਿ ਭਾਈ ਸੁੱਚੀ ਕਿਰਤ ਕਰ, ਗੁਰੂ ਨਾਨਕ ਦੇਵ ਜੀ ਕਹਿ ਕੇ ਗਏ ਆ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਿ ਭਾਈ ਸੱਚੀ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਤੇ ਜੀਵ ਇਹ ਅੱਗਿਓਂ ਵਿਚਾਰ ਦਿੰਦਾ ਕਿ ਜਿੰਨਾ ਚਿਰ ਠੱਗੀ ਨਾ ਮਾਰੇ, ਚੋਰੀ ਨਾ ਕਰੇ, ਧੋਖਾ ਨਾ ਕਰੇ, ਫਰੇਬ ਨਾ ਕਰੇ, ਮਿਲਾਵਟ ਨਾ ਕਰੇ, ਉਹਨਾਂ ਚਿਰ ਬਣਦਾ ਕੁਛ ਨਹੀਂ। ਤੋ ਮਹਾਰਾਜ ਕਹਿੰਦੇ ਇਹੋ ਹੀ ਮਾਇਆ ਪਰਮਾਤਮਾ ਨੇ ਠੱਗਣ ਵਾਸਤੇ ਜੀਵ ਨੂੰ ਸਥਾਪਿਤ ਕੀਤੀ ਆ। ਤੋ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਦੇ ਪਿਆਰੇ ਨੂੰ ਨਹੀਂ ਠੱਗ ਸਕਦੀ, ਕਿਉਂਕਿ ਉਹਦੇ ਅੰਦਰ ਸਾਰਿਆਂ ਪ੍ਰਤੀ ਪ੍ਰੇਮ ਆ, ਦਇਆ ਵਾ। ਸਾਰਾ ਬ੍ਰਹਿਮੰਡੀ ਉਹਦਾ ਪਰਿਵਾਰ ਆ। ਇਸ ਕਰਕੇ ਉਹਨਾਂ ਦੇ ਮਾਇਆ ਨਹੀਂ ਵਿਆਪਦੀ। ਕੁਰਬਾਨ ਕੀਤਾ ਤਿਸੇ ਵਿਟੋ, ਜਿਨ ਮੋਹ ਮੀਠਾ ਲਾਇਆ। ਸਾਧ ਸੰਗਤ ਕੁਸੰਗ ਕਰਕੇ, ਮਾਇਆਵੀ ਪ੍ਰਭਾਵ ਕਰਕੇ ਜਿਹੜਾ ਮੋਹ ਹਿਰਨ ਤ੍ਰਿਸ਼ਨਾ ਵਾਂਗੂ ਵਿਕਾਰਾਂ ਦੇ ਪਿੱਛੇ ਤੜਫਾਉਂਦਾ ਸੀਗਾ, ਉਹੋ ਹੀ ਮਹਾਰਾਜ ਕਹਿੰਦੇ ਆ ਕਿ ਭਾਈ ਇਹ ਜਿਹੜਾ ਜੀਵ ਸੀਗਾ, ਇਹ ਮਿਰਗ ਤ੍ਰਿਸ਼ਨਾ ਵਾਂਗੂ ਇਹਨੂੰ ਮੋਹ ਮਿੱਠਾ ਲੱਗਦਾ ਸੀ ਵਿਕਾਰਾਂ ਦਾ, ਉਹਦੇ ਪਿੱਛੇ ਦੌੜਦਾ ਸੀਗਾ। ਤੋ ਮਹਾਰਾਜ ਕਹਿੰਦੇ ਕਿ ਭਾਈ ਕਿਸ਼ਤੀ ਬਦਲੀ ਤੋਂ ਕਿਨਾਰੇ ਬਦਲ ਗਏ, ਦ੍ਰਿਸ਼ਟੀ ਬਦਲੀ ਤੋਂ ਨਜ਼ਾਰੇ ਬਦਲ ਗਏ। ਕਿ ਕਿਸ਼ਤੀ ਜਾ ਰਹੀ ਆ, ਜਿੱਧਰ ਨੂੰ ਚੱਪੂ ਚਲਾਓ ਉਧਰ ਨੂੰ ਕਿਸ਼ਤੀ ਦਾ ਮੂੰਹ ਹੋ ਜਾਂਦਾ, ਉਹੀ ਕਿਨਾਰੇ ਹੋ ਜਾਂਦੇ ਕਿਸ਼ਤੀ ਦੇ।
ਤੋ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਕਿ ਜਿੱਦਾਂ ਦੀ ਦ੍ਰਿਸ਼ਟੀ ਕਰੂਗਾ ਉਦਾਂ ਦੀ ਹੀ ਇਹਦੀ ਸ੍ਰਿਸ਼ਟੀ ਹੋ ਜਾਂਦੀ ਹੈ। ਜੇਕਰ ਦ੍ਰਿਸ਼ਟੀ ਦੇ ਵਿੱਚ ਦਇਆ ਵਾ ਤੇ ਸਾਰੇ ਪਾਸੇ ਇਹਨੂੰ ਆਪਣਾਪਨ ਹੀ ਦਿਸੂਗਾ। ਜੇ ਦ੍ਰਿਸ਼ਟੀ ਦੇ ਵਿੱਚ ਇਹਦੀ ਦੇ ਵਿੱਚ ਦਵੇਸ਼ ਆ ਤੇ ਸਾਰਾ ਇਹਨੂੰ ਬਗਾਨਾ ਲੱਗੂਗਾ। ਤੋ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਬਲਿਹਾਰੇ ਕੁਰਬਾਨ ਜਾਵਾਂ ਗੁਰੂ ਤੇ, ਕਿ ਜਿਨ੍ਹਾਂ ਦੀ ਸੰਗਤ ਕਰਕੇ ਸੇਵਾ ਸਿਮਰਨ ਕਰਕੇ ਤੇ ਭਾਈ ਇਹ ਜਿਹੜਾ ਮੋਹ ਸੀ ਨਾ ਇਹ ਸਫਲ ਹੋ ਗਿਆ। ਜਿਹੜਾ ਮੋਹ, ਹੁਣ ਮੋਹ ਦੇ ਵਿੱਚ ਕੋਈ ਦੋਸ਼ ਨਹੀਂ ਹੈਗਾ। ਇਹੋ ਹੀ ਮੋਹ ਜਿਹੜਾ ਸੀਗਾ ਮਿਰਗ ਤ੍ਰਿਸ਼ਨਾ ਵਾਂਗੂ ਵਿਕਾਰਾਂ ਦੇ ਪਿੱਛੇ ਦੌੜਦਾ ਸੀ, ਔਰ ਇਹੋ ਹੀ ਮੋਹ ਜਿਹੜਾ ਗੁਰੂ ਦੀ ਸੰਗਤ ਕਰਕੇ ਤੇ ਭਾਈ ਸੇਵਾ ਸਿਮਰਨ ਕਰਦਾ, ਦਇਆ ਕਰਦਾ, ਪੁੰਨ ਕਰਦਾ, ਭਲਾ ਕਰਦਾ, ਪਰਉਪਕਾਰ ਕਰਦਾ, ਤੇ ਇਹੋ ਹੀ ਜਿਹੜਾ ਮੋਹ ਆ ਉਹ ਵਾਹਿਗੁਰੂ ਪਰਮਾਤਮਾ ਨੂੰ ਪ੍ਰਵਾਨ ਹੋ ਗਿਆ। ਤੋ ਇਸੇ ਕਰਕੇ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਬਲਿਹਾਰ ਜਾਣਾ, ਕੁਰਬਾਨ ਜਾਣਾ ਗੁਰੂ ਤੋਂ, ਜਿਨ੍ਹਾਂ ਦੀ ਸੰਗਤ ਕਰਕੇ ਇਹ ਮੋਹ ਜਿਹੜਾ ਹੈਗਾ ਇਹ ਮੁਕਤੀ ਦਾ ਕਾਰਨ ਬਣਿਆ। ਤੋ ਸਾਧ ਸੰਗਤ ਗੁੜ ਹੁੰਦਾ ਉਹ ਕਿਸੇ ਸ਼ਰਾਬੀ ਦੇ ਹੱਥ ਵਿੱਚ ਆ ਜਾਏ ਤੇ ਉਹ ਉਹਦੀ ਸ਼ਰਾਬ ਬਣਾ ਦਿੰਦਾ, ਉਹੋ ਹੀ ਗੁੜ ਕਿਸੇ ਗੁਰਮੁਖ ਦੇ ਹੱਥ ਵਿੱਚ ਆ ਜਾਵੇ ਤੇ ਉਹ ਸ਼ਰਬਤ ਬਣਾ ਦਿੰਦਾ। ਤੇ ਗੁੜ ਦੇ ਵਿੱਚ ਕੋਈ ਦੋਸ਼ ਨਹੀਂ ਹੈਗਾ। ਇਹ ਜਿੱਦਾਂ ਦੀ ਸੰਗਤ ਕਰਦਾ ਗੁੜ ਉਦਾਂ ਦਾ ਹੀ ਉਹ ਹਾਨੀ ਨੁਕਸਾਨ ਕਰਦਾ, ਹਾਨੀ ਲਾਭ ਕਰਦਾ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਕਹੇ ਨਾਨਕ ਮਨ ਚੰਚਲ ਚਿਤਰਾਈ ਕਿਨੇ ਨਾ ਪਾਇਆ। ਤੋ ਮਹਾਰਾਜ ਕਹਿੰਦੇ ਕਿ ਭਾਈ ਇਸ ਚੰਚਲ ਮਨ ਦੇ ਪਿੱਛੇ ਲੱਗ ਕੇ ਕੋਈ ਵੀ ਸੁੱਖ ਨਹੀਂ ਪ੍ਰਾਪਤ ਕਰ ਸਕੇ। ਇਹ ਮਾਇਆ ਦੀ ਪ੍ਰੇਰਨਾ ਹੁੰਦੀ ਆ। ਮਨ ਜਿਹੜਾ ਹੁੰਦਾ ਇਹ ਮਾਇਆ ਦੀ ਪ੍ਰੇਰਿਤ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਭਾਈ ਇਹਦੇ ਪਿੱਛੇ ਲੱਗਿਆ ਕਿਸੇ ਨੂੰ ਸੁੱਖ ਪ੍ਰਾਪਤ ਨਹੀਂ ਹੋਇਆ। ਗੁਰੂ ਮਹਾਰਾਜ ਦੀ ਸਿੱਖਿਆ ਦੇ ਪਿੱਛੇ ਲੱਗਣਾ, ਗੁਰੂ ਮਹਾਰਾਜ ਜੋ ਕਹਿ ਰਹੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਜੋ ਗ੍ਰੰਥਾਂ ਦੇ ਵਿੱਚ ਲਿਖਿਆ, ਬਾਣੀ ਦੇ ਵਿੱਚ ਲਿਖਿਆ, ਉਹਦੇ ਅਨੁਸਾਰ ਚੱਲਣਾ ਤੇ ਭਾਈ ਆਪਣਾ ਜੀਵਨ ਸਫਲਾ ਕਰਨਾ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।